Hello students, once again welcome to my YouTube channel. Today I will discuss about their supplementary books class 10th. Third chapter is Daying Detective. ਇਹ ਚੈਪਟਰ ਜਿਹੜਾ ਕਿ ਬੜਾ ਮਸ਼ਹੂਰ ਚੈਪਟਰ ਹੈ। ਇੱਕ ਕਰੈਕਟਰ ਲਿਆ ਗਿਆ ਇਹਦੇ ਵਿੱਚੋਂ ਸ਼ਰਲੌਕ ਹੋਮਸ, ਜਿਹੜਾ ਕਿ ਹਾਲੀਵੁੱਡਸ ਪਿਕਚਰਸ ਤੇ ਇੱਕ ਨੋਵਲ ਜਿਹੜਾ ਡੇਇੰਗ ਡਿਟੈਕਟਿਵ ਉੱਤੇ ਜਾਂ ਸ਼ਰਲੌਕ ਹੋਮਸ ਦੇ ਉੱਤੇ ਬਣਿਆ ਹੋਇਆ ਹੈ, ਬਹੁਤ ਜ਼ਿਆਦਾ ਮਸ਼ਹੂਰ ਹੋਇਆ ਹੈ। ਇਹ ਚੈਪਟਰ ਜਿਹਦੇ ਵਿੱਚ ਮਿਸਟਰੀ ਤੇ ਡਰਾਮਾ ਦੇਖਣ ਨੂੰ ਮਿਲੇਗਾ। ਤੇ ਇਹਦੇ ਵਿੱਚ ਜਿਹੜਾ ਚੈਪਟਰ ਹੈ ਬੜੇ ਧਿਆਨ ਨਾਲ ਤੁਸੀਂ ਸੁਣਨਾ ਹੈ, ਬਹੁਤ ਇੰਟਰਸਟਿੰਗ ਚੈਪਟਰ ਹੈ। ਕਿਸ ਤਰੀਕੇ ਨਾਲ ਸ਼ੇਰਲੌਕ ਹੋਮਸ ਇੱਕ ਮਰਡਰ ਦੀ ਗੁੱਥੀ ਹੈ ਜਿਹੜਾ ਉਹ ਸੁਲਝਾਉਂਦਾ ਵਾ। ਚੈਪਟਰ ਸਟਾਰਟ ਹੁੰਦਾ ਵਾ ਸ਼ੇਰਲੌਕ ਹੋਮਸ ਜਿਹੜਾ ਕਿ ਇੱਕ ਡਿਟੈਕਟਿਵ ਆ, ਉਹਦਾ ਇੱਕ ਫਰੈਂਡ ਮਿਸਟਰ ਵਾਟਸਨ ਜਿਹੜਾ ਕਿ ਪ੍ਰੋਫੈਸ਼ਨ ਦੇ ਤੌਰ 'ਤੇ ਕੀ ਹੈ, ਇੱਕ ਡਾਕਟਰ ਆ। ਉਹ ਮਿਸ ਹੈਂਡਸਨ ਕੋਲ ਪਹੁੰਚਦਾ ਵਾ। ਹੈਂਡਸਨ ਕੌਣ ਹੈ? ਉਹ ਸ਼ਰਲੌਕ ਹੋਮਸ ਦੀ ਲੈਂਡ ਲੇਡੀ ਆ, ਯਾਨੀ ਕਿ ਸ਼ਰਲੌਕ ਹੋਮਸ ਜਿਹੜਾ ਕਿ ਕਿਰਾਏ ਦੇ ਉੱਤੇ ਰਹਿ ਰਿਹਾ ਵਾ। ਤੇ ਮਿਸ ਹੈਂਡਸਨ ਉਹਦੀ ਲੈਂਡ ਲੇਡੀ ਆ, ਜਿਹੜੀ ਕਿ ਉਹ ਤੋਂ ਕਿਰਾਇਆ ਲੈਂਦੀ ਆ। ਵਾਟਸਨ ਜਦੋਂ ਆਉਂਦਾ ਵਾ ਤਾਂ ਉਹ ਦੱਸਦੀ ਆ ਕਿ ਜਿਹੜਾ ਤੁਹਾਡਾ ਫਰੈਂਡ ਹੈ ਸ਼ਰਲੌਕ ਹੋਮਸ, ਉਹ 3 ਦਿਨ ਤੋਂ ਨਾ ਉਹਨੇ ਕੁਝ ਖਾਧਾ ਨਾ ਪੀਤਾ। ਉਹਨੇ ਆਪਣੇ ਲਿਪਸ ਤੋਂ ਅੱਗੇ ਕੋਈ ਵੀ ਚੀਜ਼ ਨਹੀਂ ਲੈ ਕੇ ਗਿਆ ਤੇ ਹੁਣ ਮੈਨੂੰ ਲੱਗਦਾ ਉਹ ਕਾਫੀ ਬਿਮਾਰ ਹੈ। ਇੱਦਾਂ ਲੱਗਦਾ ਵੀ ਸ਼ਾਇਦ ਉਹ ਮਰਨ ਕੰਢੇ ਹੋਵੇ। ਵਾਟਸਨ ਇਹ ਗੱਲ ਸੁਣ ਕੇ ਬੜੇ ਤੇਜ਼ੀ ਨਾਲ ਸਟੇਅਰ ਚੜ੍ਹਦਾ ਹੈ ਤੇ ਸ਼ਰਲੌਕ ਹੋਮਸ ਦੇ ਪਹੁੰਚਣ ਦੀ ਕੋਸ਼ਿਸ਼ ਕਰਦਾ ਵਾ। ਮਿਸ ਹੈਡਨ ਕਹਿੰਦੀ ਆ ਵੀ ਕੀ ਤੁਸੀਂ ਡਾਕਟਰ ਹੋ? ਉਹ ਦੱਸਦਾ ਹਾਂਜੀ ਮੈਂ ਡਾਕਟਰ ਹਾਂ, ਤੇ ਪੁੱਛਣਾ ਚਾਹੁੰਦਾ ਵੀ ਤੁਸੀਂ 3 ਦਿਨ ਹੋ ਗਏ, ਤੁਸੀਂ ਡਾਕਟਰ ਨੂੰ ਕਿਉਂ ਨਹੀਂ ਕਾਲ ਕੀਤੀ ਉਹਦੇ ਲਈ? ਉਹ ਦੱਸਦੀ ਆ ਕਿ ਮੈਨੂੰ ਸ਼ਰਲੌਕ ਹੋਮਸ ਨੇ ਮਨਾ ਕੀਤਾ ਸੀ। ਉਹ ਕਹਿੰਦਾ ਮੈਂ ਜਸਟ ਵਾਟਸਨ ਨਾਲ ਹੀ ਮਿਲਣਾ ਵਾ, ਪਲੀਜ਼ ਤੁਸੀਂ ਜਲਦੀ ਜਾਓ ਉੱਪਰ ਤੇ ਉਹਨੂੰ ਮਿਲ ਕੇ ਆਓ। ਵਾਟਸਨ ਬੜੀ ਜਲਦੀ ਨਾਲ ਉੱਪਰ ਚੜ੍ਹਦਾ ਸਟੇਅਰ ਤੇ ਸ਼ਰਲੌਕ ਹੋਮਸ ਦੇ ਰੂਮ ਦਾ ਨੌਕ ਕਰਦਾ। ਇਹ ਸ਼ਰਲੌਕ ਹੋਮਸ ਹੈ ਜਿਹੜਾ ਕਿ ਇੱਕ ਬੈੱਡ ਦੇ ਉੱਤੇ ਪਿਆ ਵਾ, ਕਾਫੀ ਬਿਮਾਰ ਆ। ਆਈਜ਼ ਜਿਹੜੀਆਂ ਨੇ ਉਹਦੀ ਪੂਰੀ ਰੈਡਿਸ਼ ਹੋ ਚੁੱਕੀਆਂ ਨੇ, ਲਾਲ ਅੱਖਾਂ ਨੇ ਉਹਦੀਆਂ। ਚਿਕਸ ਜਿਹੜੀਆਂ ਨੇ ਉਹਦੀਆਂ ਗੱਲਾਂ ਉਹ ਵੀ ਕੀ ਨੇ, ਕਾਫੀ ਲਾਲ ਹੋ ਚੁੱਕੀਆਂ ਨੇ ਤੇ ਉਹ ਹੁਣ ਕਾਫੀ ਜ਼ਿਆਦਾ ਬਿਮਾਰ ਲੱਗ ਰਿਹਾ ਵਾ। ਵਾਟਸਨ ਰੂਮ ਦੇ ਅੰਦਰ ਆਉਂਦਾ ਵਾ, ਸ਼ਰਲੌਕ ਹੋਮਸ ਨੂੰ ਦੇਖ ਕੇ ਥੋੜ੍ਹਾ ਜਿਹਾ ਅੱਖਾਂ ਖੋਲ੍ਹਦਾ ਹੈ ਤੇ ਉਹ ਪੁੱਛਦਾ ਕੌਣ? ਤਾਂ ਵਾਟਸਨ ਦੱਸਦਾ ਕਿ ਮੈਂ ਵਾਟਸਨ ਉਹਦੇ ਕੋਲ ਜਾਣਾ ਚਾਹੁੰਦਾ ਵਾ, ਬਟ ਜਿਹੜਾ ਹੋਮਸ ਆ ਉਹਨੂੰ ਰੋਕ ਦਿੰਦਾ, ਕਹਿੰਦਾ ਨਹੀਂ ਨਹੀਂ ਤੁਸੀਂ ਮੇਰੇ ਕੋਲ ਨਹੀਂ ਆਉਣਾ, ਇੱਕ ਤਰ੍ਹਾਂ ਦੀ ਛੂਤ ਦੀ ਬਿਮਾਰੀ ਹੈ, ਤੁਹਾਨੂੰ ਵੀ ਹੋ ਸਕਦੀ ਆ, ਤੇ ਪਲੀਜ਼ ਤੁਸੀਂ ਦੂਰੋਂ ਹੀ ਮੇਰੇ ਨਾਲ ਗੱਲ ਕਰੋ। ਇਹ ਗੱਲ ਸੋਚ ਕੇ ਵਾਟਸਨ ਜਿਹੜਾ ਹੁੰਦਾ ਵਾ ਉਹ ਕਾਫੀ ਦੂਰ ਖੜ੍ਹ ਕੇ ਉਹਦੇ ਨਾਲ ਗੱਲਾਂ ਕਰਦਾ। ਸ਼ਰਲੌਕ ਹੋਮਸ ਗੱਲਾਂ ਵਿੱਚ ਉਹਨੂੰ ਦੱਸਦਾ ਵੀ ਇਹ ਬਿਮਾਰੀ ਉਹਨੂੰ ਕਿਵੇਂ ਲੱਗੀ। ਵਾਟਸਨ ਉਹਨੂੰ ਪੁੱਛਦਾ ਵੀ ਇਹ ਬਿਮਾਰੀ ਤੈਨੂੰ ਕਿਵੇਂ ਲੱਗੀ? ਤਾਂ ਸ਼ਰਲੌਕ ਹੋਮਸ ਉਹਨੂੰ ਦੱਸਦਾ ਵੀ ਸ਼ਾਇਦ ਮੈਂ ਇੱਕ ਕੇਸ ਦੀ ਇਨਵੈਸਟੀਗੇਸ਼ਨ ਦੇ ਲਈ ਚਾਈਨੀਜ਼ ਸੈਲਰਸ ਜਿਹੜੇ ਕਿ ਗੋਤਾਖੋਰ ਹੁੰਦੇ ਹਨ ਜਾਂ ਕਿਸ਼ਤੀ ਚਲਾਉਂਦੇ ਹਨ ਚਾਈਨੀਜ਼, ਕਹਿੰਦਾ ਮੈਂ ਉਹਨਾਂ ਕੋਲ ਗਿਆ, ਮੈਨੂੰ ਲੱਗਦਾ ਸ਼ਾਇਦ ਇਹ ਬਿਮਾਰੀ ਮੈਨੂੰ ਉਸ ਤੋਂ ਲੱਗੀ ਤੇ ਇਹਦਾ ਇਲਾਜ ਨਹੀਂ ਮੈਨੂੰ ਕੋਈ ਲੱਗ ਰਿਹਾ, ਮੈਂ ਹੌਲੀ ਹੌਲੀ ਮਰ ਰਿਹਾ, ਪਲੀਜ਼ ਮੇਰੀ ਇੱਕ ਹੈਲਪ ਕਰੋ। ਤਾਂ ਵਾਟਸਨ ਪੁੱਛਦਾ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਹੈਲਪ ਚਾਹੀਦੀ ਆ? ਤਾਂ ਉਹਨੂੰ ਕਹਿੰਦਾ ਵੀ ਪਲੀਜ਼ ਤੁਸੀਂ ਕੀ ਕਰੋ, ਮੇਰੇ ਰੂਮ ਦੇ ਵਿੱਚ ਇੱਕ ਆ ਲੈਂਪ ਆ, ਗੈਸ ਲੈਂਪ, ਉਹਨੂੰ ਹਾਫ ਓਪਨ ਕਰ ਦਿਓ। ਹਾਫ ਓਪਨ ਮੀਨਸ ਵੀ ਉਹਦੀ ਫਲੇਮ ਨੂੰ ਜਿਹੜਾ ਵਾ ਥੋੜ੍ਹਾ ਜਿਹਾ ਵਧਾ ਦਿਓ, ਨਾ ਬਹੁਤਾ ਜ਼ਿਆਦਾ ਹੋਵੇ ਨਾ ਬਹੁਤਾ ਘੱਟ, ਸੈਂਟਰ ਦੇ ਵਿੱਚ। ਤੇ ਕਹਿੰਦਾ ਵੀ ਇੱਕ ਆ ਬਾਕਸ ਉੱਥੇ ਪਿਆ IV ਬਾਕਸ, ਪਲੀਜ਼ ਉਹਨੂੰ ਬੜੇ ਕੇਅਰਫੁਲੀ ਚੱਕ ਕੇ ਮੇਰੇ ਟੇਬਲ ਦੇ ਕੋਲ ਰੱਖ ਦਿਓ ਤੇ ਇੱਕ ਮੇਰਾ ਕੰਮ ਕਰ ਦਿਓ ਵੀ ਤੁਸੀਂ ਇੱਕ ਪਰਸਨ ਆ ਕੈਲਵਿਨ ਸਮਿਥ, ਤੁਸੀਂ ਉਹਨਾਂ ਕੋਲ ਜਾਣਾ, ਜਾ ਕੇ ਜਸਟ ਇਹ ਦੱਸਣਾ ਵੀ ਜਿਹੜਾ ਹੋਮਸ ਆ ਉਹ ਕੀ ਆ, ਮਰਨ ਕੰਢੇ ਆ, ਪਲੀਜ਼ ਉਹਨੂੰ ਇੱਕ ਵਾਰ ਜ਼ਰੂਰ ਮਿਲ ਕੇ ਆਓ, ਉਹ ਤੁਹਾਨੂੰ ਮਿਲਣਾ ਚਾਹੁੰਦਾ ਵਾ। ਤੇ ਵਾਟਸਨ ਪੁੱਛਦਾ ਤੁਸੀਂ ਕਿਉਂ ਕੈਲਵਿਨ ਸਮਿਥ ਨੂੰ ਹੀ ਚੁਣਿਆ? ਉਹ ਕਹਿੰਦਾ ਬਸ ਮੈਨੂੰ ਇੱਕ ਕੰਮ ਆ, ਮੈਂ ਇੱਕ ਕੇਸ 'ਤੇ ਇਨਵੈਸਟੀਗੇਸ਼ਨ ਕਰ ਰਿਹਾ ਸੀ ਜਿਹੜਾ ਕਿ ਉਹਦੇ ਨੈਫਿਊ ਜਿਹੜਾ ਉਹਦਾ ਭਤੀਜਾ ਸੀ ਵਿਕਟਰ ਸਮਿਥ ਤੇ ਡੈਥ ਦੀ, ਮੈਂ ਉਹਦੇ ਬਾਰੇ ਉਹਦੇ ਨਾਲ ਕੁਝ ਗੱਲਾਂ ਕਰਨੀਆਂ ਨੇ, ਪਲੀਜ਼ ਤੁਸੀਂ ਉਹਦੇ ਕੋਲ ਜਾਣਾ ਤੇ ਉਹਨੂੰ ਇਹ ਨਹੀਂ ਦੱਸਣਾ ਵੀ ਮੈਂ ਉਹਨੂੰ ਕੇਸ ਦੇ ਰਿਲੇਟਡ ਬੁਲਾਇਆ ਹੈ, ਜਸਟ ਉਹਨੂੰ ਇਹ ਦੱਸਣਾ
ਵੀ ਉਹ ਸਿਰਫ ਮੈਨੂੰ ਇੱਕ ਵਾਰ ਆ ਕੇ ਦੇਖ ਜਾਵੇ ਅਤੇ ਮੈਨੂੰ ਮਿਲ ਜਾਵੇ। ਅਤੇ ਵਾਟਸਨ ਨੂੰ ਜਾਂਦੇ ਟਾਈਮ ਉਹ ਇੱਕ ਗੱਲ ਹੋਰ ਕਹਿੰਦਾ ਵੀ ਜਦੋਂ ਤੁਸੀਂ ਜਾਣਾ ਵਾ ਤਾਂ ਪਹਿਲਾਂ ਇੱਕ ਵਾਰ ਜੇਕਰ ਉਹਨੂੰ ਨਾ ਮਿਲਿਆ ਤੁਹਾਨੂੰ ਤਾਂ ਉਹਦੀ ਮੇਡ ਨੂੰ ਜ਼ਰੂਰ ਦੱਸਿਆ ਵੀ ਜਿਹੜਾ ਸ਼ਰਲਕ ਹੋਮ ਆ ਉਹ ਕਾਫੀ ਬਿਮਾਰ ਆ ਅਤੇ ਹੁਣ ਸ਼ਾਇਦ ਉਹਦੇ ਮਰਨ ਕੱਢੇ ਹੀ ਹੈ, ਸ਼ਾਇਦ ਉਹਦੀ ਡੈਥ ਹੋ ਜਾਵੇ, ਤਾਂ ਪਲੀਜ਼ ਇੱਕ ਵਾਰ ਉਹਨੂੰ ਜ਼ਰੂਰ ਮਿਲਿਆਓ। ਅਤੇ ਤੁਸੀਂ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਉਹ ਘਰ ਤੋਂ ਬਾਹਰ ਨਹੀਂ ਆਉਂਦਾ। ਤੁਸੀਂ ਉਹਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਕੈਬ ਫੜ ਕੇ ਜਲਦੀ ਨੇ ਮੇਰੇ ਕੋਲ ਆਉਣਾ ਵਾ। ਅਤੇ ਇੱਕ ਪਰਸਨ ਆ ਮਾਰਟਿਨ, ਇੰਸਪੈਕਟਰ ਮਾਰਟਿਨ, ਤੁਸੀਂ ਉਹਨੂੰ ਵੀ ਨਾਲ ਲੈ ਕੇ ਨਾਲ ਵਾਲੇ ਰੂਮ ਦੇ ਵਿੱਚ ਬੈਠ ਜਾਣਾ। ਵਾਟਸਨ ਨੂੰ ਕਾਫੀ ਇੱਛਾ ਜੀ ਹੁੰਦੀ ਆ ਵੀ ਇਹ ਸ਼ੇਰਲੌਕ ਹੋਮ ਇੱਦਾਂ ਦੀ ਗੱਲ ਕਿਉਂ ਕਰ ਰਿਹਾ, ਉਹ ਤਾਂ ਹੋਰ ਵੀ ਜਾਣਨਾ ਚਾਹੁੰਦਾ, ਪਰ ਸ਼ੇਰਲੌਕ ਹੋਮ ਕੁਛ ਬੋਲਦਾ ਨਹੀਂ। ਕਹਿੰਦਾ ਪਲੀਜ਼ ਮੈਨੂੰ ਜ਼ਿਆਦਾ ਨਾ ਬੁਲਾਓ, ਮੈਂ ਕਾਫੀ ਬਿਮਾਰ ਹਾਂ, ਪਲੀਜ਼ ਤੁਸੀਂ ਜਾ ਕੇ ਕੈਲਵਿਨ ਸਮਿਥ ਤੱਕ ਮੇਰਾ ਇਹ ਮੈਸੇਜ ਲਗਾ ਦਿਓ। ਆਪਣੇ ਫਰੈਂਡ ਦੀ ਗੱਲ ਸੁਣ ਕੇ ਵਾਟਸਨ ਕੈਲਵਿਨ ਸਮਿਥ ਕੋਲ ਜਾਂਦਾ। ਕੈਲਵਿਨ ਸਮਿਥ ਜਿਹੜਾ ਕਿ ਉਸ ਸ਼ਹਿਰ ਦਾ ਇੱਕ ਅਮੀਰ ਆਦਮੀ ਹੈ, ਉਹਦੇ ਘਰ ਜਾਂਦਾ, ਨੌਕ ਕਰਦਾ। ਨੌਕ ਦੇ ਅੰਦਰ ਜਾਂਦੇ ਸਾਰ ਉਹਨੂੰ ਇੱਕ ਪਰਸਨ ਮਿਲਦਾ ਜਿਹੜਾ ਕਿ ਉਹਦਾ ਬਟਲਰ ਹੁੰਦਾ। ਉਹਨੂੰ ਪੁੱਛਦਾ, ਕਹਿੰਦਾ ਤੁਸੀਂ ਕੌਣ? ਤਾਂ ਉਹ ਦੱਸਦਾ ਮੈਂ ਵਾਟਸਨ ਹੋਮਸ ਦਾ ਫਰੈਂਡ ਆ, ਮੈਂ ਕੈਲਵਿਨ ਸਮਿਥ ਨੂੰ ਮਿਲਣਾ ਹੈ। ਇੰਨੀ ਗੱਲ ਕਹਿ ਕੇ ਉਹਨੂੰ ਵਾਟਸਨ ਨੂੰ ਬਾਹਰ ਬਿਠਾਉਂਦਾ ਹੈ ਅਤੇ ਜਿਹੜਾ ਉਹਦਾ ਬਟਲਰ ਆ, ਬਟਲਰ ਮੀਨਸ ਉਹਦਾ ਨੌਕਰ, ਉਹ ਅੰਦਰ ਜਾਂਦਾ ਅਤੇ ਕੈਲਵਿਨ ਸਮਿਥ ਨੂੰ ਦੱਸਦਾ ਕਿ ਤੁਹਾਨੂੰ ਇੱਕ ਵਾਟਸਨ ਮਿਲਣ ਆਇਆ ਹੈ। ਉਹ ਸ਼ੇਰਲੌਕ ਹੋਮਸ ਦੀ ਗੱਲ ਕਰਦਾ ਹੈ। ਕੈਲਵਿਨ ਸਮਿਥ ਉਹਨੂੰ ਕਹਿੰਦਾ ਵੀ ਤੁਸੀਂ ਇਹ ਜਾ ਕੇ ਕਹਿ ਦਿਓ ਵੀ ਮੈਂ ਮੀਟਿੰਗ ਦੇ ਵਿੱਚ ਹਾਂ ਅਤੇ ਮੈਂ ਉਹਨੂੰ ਨਹੀਂ ਮਿਲ ਸਕਦਾ। ਜਿਹੜਾ ਵੀ ਮੈਸੇਜ ਆ ਉਹ ਤੁਸੀਂ ਉਹਨੂੰ ਦੇ ਦਿਓ, ਮੈਨੂੰ ਦੇ ਦਿਓ, ਯਾਨੀ ਕਿ ਬਟਲਰ ਨੂੰ ਦੇ ਦਿਓ, ਅਤੇ ਤੁਸੀਂ ਆਪਣੇ ਘਰ ਚਲੇ ਜਾਓ। ਉਹ ਇਹੀ ਗੱਲ ਜਾ ਕੇ ਵਾਟਸਨ ਨੂੰ ਕਹਿੰਦਾ ਅਤੇ ਵਾਟਸਨ ਉਹਨੂੰ ਕਹਿੰਦਾ ਚਲੋ ਠੀਕ ਹੈ, ਚਲੋ ਠੀਕ ਹੈ, ਮੈਂ ਜਾਣਾ ਵਾਂ। ਜਾਣ ਤੋਂ ਪਹਿਲਾਂ ਮੇਰਾ ਇੱਕ ਮੈਸੇਜ ਲਗਾ ਦਿਓ ਕਿ ਜਿਹੜਾ ਸ਼ੇਰਲੌਕ ਹੋਮ ਆ ਉਹ ਕਾਫੀ ਬਿਮਾਰ ਆ ਅਤੇ ਲੱਗਦਾ ਉਹਦੀ ਸ਼ਾਇਦ ਡੈਥ ਵੀ ਹੋ ਜਾਵੇ। ਉਹ ਇੱਕ ਵਾਰ ਕੈਲਵਿਨ ਸਮਿਥ ਨੂੰ ਮਿਲਣਾ ਚਾਹੁੰਦਾ ਵਾ। ਇਹ ਕਹਿ ਕੇ ਵਾਟਸਨ ਜਾਣ ਦੀ ਐਕਟਿੰਗ ਕਰਦਾ ਅਤੇ ਉਹਦੇ ਘਰ ਦੇ ਕੋਲ ਜਾ ਕੇ ਇੱਕ ਬਗੀਚੇ ਦੇ ਵਿੱਚ ਲੁਕ ਜਾਂਦਾ ਅਤੇ ਵੇਟ ਕਰਦਾ। ਬਟਲਰ ਕੈਲਵਿਨ ਸਮਿਥ ਕੋਲ ਜਾਂਦਾ ਅਤੇ ਇਹੀ ਗੱਲ, ਸੇਮ ਗੱਲ ਉਹ ਕੈਲਵਿਨ ਸਮਿਥ ਨੂੰ ਦੱਸਦਾ। ਕੈਲਵਿਨ ਸਮਿਥ ਜਿਹੜਾ ਕਿ ਆਪਣੇ ਰੂਮ ਦੇ ਵਿੱਚ ਬੁੱਕ ਪੜ੍ਹ ਰਿਹਾ ਸੀ, ਉਹ ਇਹ ਗੱਲ ਸੁਣਦਾ। ਸੁਣਨ ਤੋਂ ਬਾਅਦ ਉਹ ਬਟਲਰ ਨੂੰ ਕਹਿੰਦਾ ਜਾ ਕੇ ਮੇਰੀ ਇੱਕ ਹੈਟ ਅਤੇ ਮੇਰਾ ਓਵਰਕੋਟ ਲੈ ਕੇ ਆਓ। ਅਤੇ ਉਹ ਆਪਣਾ ਓਵਰਕੋਟ ਲੈ ਕੇ, ਆਪਣੀ ਛੜੀ ਲੈ ਕੇ ਉਹ ਆਪਣੇ ਘਰ ਤੋਂ ਬਾਹਰ ਨਿਕਲਦਾ। ਵਾਟਸਨ ਉਸ ਨੂੰ ਦੇਖ ਲੈਂਦਾ ਜਾਂਦੇ ਹੋਏ ਅਤੇ ਉਹ ਕੀ ਕਰਦਾ, ਕੈਬ ਬੁੱਕ ਕਰਦਾ ਅਤੇ ਫਟਾਫਟ ਜਾ ਕੇ ਮਿਸ ਹੈਂਡਸਨ ਦੇ ਘਰ ਪਹੁੰਚਦਾ ਅਤੇ ਉਹ ਤੋਂ ਪਹਿਲਾਂ ਉਹ ਘਰ ਦੇ ਵਿੱਚ ਆ ਜਾਂਦਾ ਅਤੇ ਨਾਲ ਉਹ ਇੰਸਪੈਕਟਰ ਮਾਰਟਿਨ ਨੂੰ ਵੀ ਲੈ ਆਉਂਦਾ। ਅਤੇ ਜਿਹੜਾ ਸ਼ੇਰਲੌਕ ਹੋਮ ਆ ਉਹਨੂੰ ਕਹਿੰਦਾ ਵੀ ਜਿਹੜੀ ਇਹ ਫਲੇਮ ਸੀਗੀ ਥੋੜ੍ਹੀ ਜਿਹੀ ਹੋਰ ਵਧਾ ਦਿਓ ਤਾਂ ਜੋ ਜਿਹੜੀ ਰੌਸ਼ਨੀ ਆ ਉਹ ਅੱਧ ਤੱਕ ਹੀ ਪਹੁੰਚੇ, ਜ਼ਿਆਦਾ ਦੂਰ ਨਾ ਪਹੁੰਚੇ। ਤਾਂ ਜਿਹੜਾ ਵਾਟਸਨ ਉਹ ਇੱਦਾਂ ਹੀ ਕਰਦਾ, ਉਹ ਥੋੜ੍ਹਾ ਜਿਹੀ ਹੋਰ ਫਲੇਮ ਵਧਾਉਂਦਾ ਅਤੇ ਜਿਹੜਾ ਸ਼ੇਰਲੌਕ ਹੋਮ ਹੁੰਦਾ ਉਹਨੂੰ ਕਹਿੰਦਾ ਵੀ ਤੁਸੀਂ ਨਾਲ ਦੇ ਰੂਮ ਦੇ ਵਿੱਚ ਜਾ ਕੇ ਇੰਸਪੈਕਟਰ ਮਾਰਟਿਨ ਦੇ ਨਾਲ ਦੇ ਰੂਮ ਦੇ ਵਿੱਚ ਛੁਪ ਜਾਓ ਅਤੇ ਆਪਣੇ ਆਪ ਨੂੰ ਹਾਈਡ ਕਰਕੇ ਰੱਖਣਾ ਵਾ। ਜਦੋਂ ਤੱਕ ਮੈਂ ਨਹੀਂ ਕੁਛ ਕਹਿੰਦਾ ਉਦੋਂ ਤੱਕ ਤੁਸੀਂ ਅੰਦਰ ਨਹੀਂ ਆਉਣਾ ਅਤੇ ਮੈਂ ਤੁਹਾਨੂੰ ਬੁਲਾਉਣ ਦਾ ਇਸ਼ਾਰਾ ਕੀ ਹੋਵੇਗਾ, ਮੈਂ ਗੈਸ ਲੈਂਪ ਦੀ ਅੱਗ ਵਧਾ ਦੂੰਗਾ। ਜਦੋਂ ਇਹ ਰੌਸ਼ਨੀ ਜ਼ਿਆਦਾ ਵੱਜੇਗੀ ਤਾਂ ਤੁਸੀਂ ਇੱਕਦਮ ਮੇਰੇ ਰੂਮ ਦੇ ਵਿੱਚ ਆ ਜਾਣਾ। ਵਾਟਸਨ ਅਤੇ ਮਾਰਟਿਨ ਕੁਛ ਨਹੀਂ ਸਮਝਦੇ ਅਤੇ ਉਹ ਜਿਵੇਂ ਹੋਮਸ ਕਹਿੰਦਾ ਚਲੋ ਜਾ ਕੇ ਉਵੇਂ ਹੀ ਉਹ ਦਰਵਾਜ਼ੇ ਪਿੱਛੇ ਲੁਕ ਜਾਂਦੇ ਆ। ਉਦੋਂ 10-15 ਮਿੰਟ ਬਾਅਦ ਜਿਹੜਾ ਕੈਲਵਿਨ ਸਮਿਥ ਆ ਉਹ ਅੰਦਰ ਆਉਂਦਾ, ਰੂਮ ਨੂੰ ਨੌਕ ਕਰਦਾ ਅਤੇ ਫਲੇਮ ਹਾਫ ਹੋਣ ਕਰਕੇ ਉਹਨੂੰ ਜਿਹੜਾ ਹੋਮਸ ਦਾ ਚਿਹਰਾ ਚੱਜ ਨਾਲ ਨਹੀਂ ਦਿਖਦਾ। ਤਾਂ ਜਿਹੜਾ ਕੈਲਵਿਨ ਸਮਿਥ ਆ ਉਹਨੂੰ ਪੁੱਛਦਾ ਵੀ ਤੁਹਾਨੂੰ ਕੀ ਸਿੰਪਟਮ ਨੇ, ਕੀ ਹੋਇਆ ਤੁਹਾਨੂੰ? ਤਾਂ ਉਹ ਦੱਸਦਾ ਵੀ ਮੈਨੂੰ ਕਾਫੀ ਬੁਖਾਰ ਹੋ ਰਿਹਾ, ਮੇਰੇ ਤੋਂ ਹਿੱਲਿਆ ਨਹੀਂ ਜਾ ਰਿਹਾ, ਮੇਰਾ ਸਰੀਰ ਕੀ ਆ ਬਹੁਤ ਕਮਜ਼ੋਰ ਪੈ ਚੁੱਕਿਆ ਵਾ, ਲੱਗਦਾ ਮੇਰੀ ਡੈਥ ਹੋ ਜਾਏਗੀ। ਤਾਂ ਕੈਲਵਿਨ ਸਮਿਥ ਕਹਿੰਦਾ ਨਹੀਂ ਨਹੀਂ, ਤੁਸੀਂ ਜਲਦੀ ਹੀ ਠੀਕ ਹੋ ਜਾਓਗੇ, ਇੱਦਾਂ ਦੀ ਕੋਈ ਗੱਲ ਨਹੀਂ। ਅਤੇ ਜਿਹੜਾ ਹੋਮਸ ਆ ਉਹ ਦੱਸਦਾ, ਕਹਿੰਦਾ ਮੈਨੂੰ ਪਤਾ ਵੀ ਤੁਸੀਂ ਆਪਣੇ ਨੈਫਿਊ ਕੈਲਵਿਨ ਸਮਿਥ ਨੂੰ ਕਹਿੰਦਾ ਕਿ ਤੁਸੀਂ ਵਿਕਟਰ ਸਮਿਥ ਨੂੰ ਮਾਰਿਆ ਵਾ, ਮੈਨੂੰ ਪਤਾ ਵਾ, ਪਰ ਮੈਂ ਇਹ ਜਾਣਨਾ ਚਾਹੁੰਦਾ ਵੀ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਮਾਰਿਆ, ਕਿਉਂਕਿ ਇਹ ਜਿਹੜਾ ਕੇਸ ਸੀਗਾ ਇਹ ਕਲੋਜ਼ ਹੋ ਗਿਆ। ਸਿਰਫ ਮੈਂ ਹੀ ਇਨਵੈਸਟੀਗੇਸ਼ਨ ਕਰ ਰਿਹਾ ਸੀ ਕਿਉਂਕਿ ਮੈਨੂੰ ਥੋੜ੍ਹੇ ਜਿਹੇ ਡਾਊਟ ਸੀਗਾ ਵੀ ਇਹ ਕਿਉਂ ਮਰ ਗਿਆ
ਤੇ ਮੈਨੂੰ ਪਤਾ ਵੀ ਉਹਦੀ ਡੈਥ ਤੋਂ ਬਾਅਦ ਸਾਰੀ ਪ੍ਰਾਪਰਟੀ ਹੋਰ ਕੋਈ ਹੈਰ ਹੀ ਨਹੀਂ ਸੀਗਾ, ਤਾਂ ਇਸ ਦਾ ਮਤਲਬ ਕੀ ਆ ਵੀ ਇਹ ਸਾਰੀ ਪ੍ਰਾਪਰਟੀ ਤੁਹਾਨੂੰ ਹੀ ਟ੍ਰਾਂਸਫਰ ਹੋਣੀ ਸੀ। ਤਾਂ ਮੈਂ ਜਾਣਨਾ ਚਾਹੁੰਦਾ ਵੀ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਮਾਰਿਆ। ਤਾਂ ਉਹ ਦੱਸਦਾ, ਕਹਿੰਦਾ ਵੀ 3-4 ਦਿਨ ਪਹਿਲਾਂ ਤੁਹਾਨੂੰ ਇੱਕ ਲੈਟਰ ਆਈ ਸੀ, ਲੈਟਰ ਦੇ ਵਿੱਚ ਤੁਹਾਨੂੰ ਇੱਕ ਬਾਕਸ ਮਿਲਿਆ ਹੋਣਾ। ਉਹ ਕਹਿੰਦਾ ਹਾਂਜੀ, ਉਹ ਟੇਬਲ ਦੇ ਕੋਲ ਪਿਆ ਵਾ। ਤਾਂ ਉਹ ਕੀ ਕਰਦਾ, ਉਹ ਬਾਕਸ ਨੂੰ ਚੱਕ ਕੇ ਆਪਣੇ ਪਾਕਟ ਦੇ ਵਿੱਚ ਪਾ ਲੈਂਦਾ। ਪਾਉਣ ਤੋਂ ਪਹਿਲਾਂ ਉਹਨੂੰ ਦੱਸਦਾ, ਕਹਿੰਦਾ ਵੀ ਆਹ ਜਿਹੜਾ ਬਾਕਸ ਸੀਗਾ ਇਹਦੇ ਵਿੱਚੋਂ ਤੁਹਾਨੂੰ ਸ਼ਾਇਦ ਇੱਕ ਸਪਰਿੰਗ ਵਰਗੀ ਚੀਜ਼ ਤੁਹਾਡੇ ਹੱਥ ਦੇ ਵਿੱਚ ਚੁਭੀ ਹੋਣੀ ਆ। ਉਹ ਕਹਿੰਦਾ ਹਾਂਜੀ, ਜਦੋਂ ਮੈਂ ਇਹਨੂੰ ਓਪਨ ਕੀਤਾ ਤਾਂ ਵਿੱਚ ਕੁਝ ਨਹੀਂ ਸੀ, ਪਰ ਇੱਕ ਥੋੜ੍ਹੀ ਜਿਹੀ ਸੂਈ ਦੇ ਵਾਂਗ ਲੱਗਾ। ਅਤੇ ਕੁਛ ਟਾਈਮ ਬਾਅਦ ਫਿਰ ਉਹ ਮੈਂ ਜਦ ਦੇਖਿਆ ਮੈਨੂੰ ਲੱਭੀ ਨਹੀਂ। ਕਹਿੰਦਾ ਉਸ ਤੋਂ ਬਾਅਦ ਤੁਸੀਂ ਸ਼ਾਇਦ ਬਿਮਾਰ ਹੋਣੇ ਸ਼ੁਰੂ ਹੋ ਗਏ। ਤਾਂ ਹੋਮਸ ਕਹਿੰਦਾ ਹਾਂਜੀ, ਮੈਂ ਉਸ ਤੋਂ ਬਾਅਦ ਬਿਮਾਰ ਹੋਣ ਲੱਗ ਗਿਆ। ਕਹਿੰਦਾ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਇੱਦਾਂ ਦਾ ਕਿਉਂ ਹੋਇਆ। ਉਹ ਕਹਿੰਦਾ ਕੁਛ ਨਹੀਂ। ਕਹਿੰਦਾ ਵੀ ਜਿਹੜਾ ਉਹ ਆਈਵੀ ਬਾਕਸ ਸੀਗਾ, ਬਾਕਸ ਦੇ ਅੰਦਰ ਇੱਕ ਸਪਰਿੰਗ ਸੀਗਾ, ਜੇਕਰ ਉਹਨੂੰ ਕੋਈ ਓਪਨ ਕਰਦਾ ਤਾਂ ਉਹਦੇ ਸਪਰਿੰਗ ਨਿਕਲਦਾ ਵਾ, ਜਿਹਦੇ ਵਿੱਚ ਇੱਕ ਬਹੁਤ ਘਾਤਕ ਵਾਇਰਸ ਲਗਾਇਆ ਗਿਆ ਵਾ ਮੇਰੇ ਦੁਆਰਾ। ਜੇਕਰ ਇਹ ਕਿਸੇ ਬੰਦੇ ਦੇ ਬਲੱਡ ਦੇ ਵਿੱਚ ਇੰਜੈਕਟ ਹੋ ਜਾਂਦਾ ਤਾਂ ਉਹਦੀ ਡੈਥ ਹੋਣੀ ਪੱਕੀ ਹੁੰਦੀ ਆ। ਅਤੇ ਸਿੰਪਟਮ ਕੀ ਆਉਂਦੇ ਹਨ ਨਾਰਮਲ ਡੈਥ ਦੇ, ਵੀ ਜਾਣੀ ਕਿ ਉਹਨੂੰ ਫੀਵਰ ਹੋਏਗਾ, ਫੀਵਰ ਦਾ ਇਲਾਜ ਹੋਰ ਵੱਧਦਾ ਜਾਏਗਾ ਅਤੇ ਉਹ ਕਦੇ ਵੀ ਠੀਕ ਨਹੀਂ ਹੋ ਸਕਦਾ, ਉਹਦਾ ਐਂਟੀਡੋਟ ਹੈ ਨਹੀਂ। ਇਸੇ ਤਰੀਕੇ ਨਾਲ ਮੈਂ ਵਿਕਟਰ ਸਮਿਥ ਨੂੰ ਮਾਰਿਆ ਅਤੇ ਇਸੇ ਤਰੀਕੇ ਨਾਲ ਮੈਂ ਤੈਨੂੰ ਵੀ ਮਾਰਿਆ, ਕਿਉਂਕਿ ਮੈਨੂੰ ਪਤਾ ਸੀ ਤੁਸੀਂ ਇਹ ਕੇਸ ਜ਼ਰੂਰ ਸੋਲਵ ਕਰ ਲੈਣਾ। ਇੰਨੀ ਗੱਲ ਸੁਣ ਕੇ ਜਿਹੜਾ ਹੋਮਸ ਹੁੰਦਾ ਉਹਨੂੰ ਕਹਿੰਦਾ ਤੁਸੀਂ ਬਹੁਤ ਵਧੀਆ ਸਾਜ਼ਿਸ਼ ਰਚੀ ਅਤੇ ਤੁਸੀਂ ਹੁਣ ਮੈਨੂੰ ਵੀ ਮਾਰਤਾ, ਹੁਣ ਤੁਹਾਡੇ ਰਸਤੇ ਵਿੱਚ ਕੋਈ ਨਹੀਂ। ਤਾਂ ਜਿਹੜਾ ਕੈਲਵਿਨ ਸਮਿਥ ਆ ਉਹ ਵੀ ਕਹਿੰਦਾ ਹਾਂਜੀ, ਵੀ ਹੁਣ ਮੈਂ ਤੁਹਾਨੂੰ ਮਾਰਨ ਤੋਂ ਬਾਅਦ ਮੇਰੇ ਰਸਤੇ ਵਿੱਚ ਕੋਈ ਬੰਦਾ ਨਹੀਂ ਆ ਰਿਹਾ ਅਤੇ ਮੈਂ ਈਜ਼ੀਲੀ ਹੀ ਸਾਰੀ ਜਿਹੜੀ ਪ੍ਰਾਪਰਟੀ ਆ ਉਹਨੂੰ ਆਪਣੇ ਅੰਡਰ ਕਰ ਲਾਂਗਾ ਅਤੇ ਮੈਂ ਇਸ ਸ਼ਹਿਰ ਦਾ ਅਮੀਰ ਆਦਮੀ ਬਣ ਜਾਵਾਂਗਾ। ਤਾਂ ਜਿਹੜਾ ਹੋਮਸ ਹੁੰਦਾ ਕਹਿੰਦਾ ਚਲੋ ਮੈਂ ਹੁਣ ਮਰਨ ਤਾਂ ਜਾ ਰਿਹਾ, ਤਾਂ ਮੇਰੀ ਇੱਕ ਹੈਲਪ ਕਰੋ, ਜਿਹੜਾ ਲੈਂਪ ਆ ਤੁਸੀਂ ਪਲੀਜ਼ ਇਹਦੀ ਫਲੇਮ ਨੂੰ ਵਧਾ ਦਿਓ। ਤਾਂ ਕੈਲਵਿਨ ਸਮਿਥ ਉੱਦਾਂ ਹੀ ਕਰਦਾ। ਉਹ ਕੀ ਕਰਦਾ, ਉਹਦੀ ਆਖਰੀ ਇੱਛਾ ਸਮਝ ਕੇ ਉਹ ਫਲੇਮ ਨੂੰ ਜ਼ਿਆਦਾ ਕਰਦਾ। ਇਹ ਦੇਖ ਕੇ ਜਿਹੜਾ ਉਹ ਸਿਗਨਲ ਹੁੰਦਾ, ਵਾਟਸਨ ਅਤੇ ਮਾਰਟਿਨ ਨੂੰ ਇਸ ਚੀਜ਼ ਦੇ ਬਾਰੇ ਪਤਾ ਹੁੰਦਾ। ਉਹ ਜਦ ਹੀ ਗੇਟ ਓਪਨ ਕਰਦੇ ਆ ਅਤੇ ਕੈਲਵਿਨ ਸਮਿਥ ਨੂੰ ਪਕੜ ਲੈਂਦੇ ਆ। ਤਾਂ ਕੈਲਵਿਨ ਸਮਿਥ ਆਰਗੂਮੈਂਟ ਕਰਦਾ ਵੀ ਤੁਸੀਂ ਇੰਸਪੈਕਟਰ ਮੈਨੂੰ ਕਿਸ ਜੁਰਮ ਦੇ ਵਿੱਚ ਫੜਿਆ। ਤਾਂ ਹੋਮਸ ਆਪਣੇ ਬੈੱਡ ਤੋਂ ਖੜ੍ਹਾ ਹੁੰਦਾ ਅਤੇ ਉਹ ਦੱਸਦਾ, ਕਹਿੰਦਾ ਵੀ ਤੁਹਾਨੂੰ ਵਿਕਟਰ ਸਮਿਥ ਦੇ ਮਰਡਰ ਦੇ ਕੇਸ ਦੇ ਵਿੱਚ ਤੁਹਾਨੂੰ ਇਸ ਚੀਜ਼ ਦੇ ਵਿੱਚ ਫੜਿਆ ਜਾ ਰਿਹਾ, ਕੇਸ ਦੇ ਵਿੱਚ ਫੜਿਆ ਜਾ ਰਿਹਾ। ਤਾਂ ਉਹ ਕਹਿੰਦਾ ਵੀ ਤੁਹਾਡੇ ਕੋਲ ਕੀ ਸਬੂਤ ਹੈ, ਸਿਰਫ 3 ਜਣਿਆਂ ਦੀ ਗਵਾਹੀ ਹੀ ਕੰਮ ਨਹੀਂ ਆਵੇਗੀ, ਤੁਹਾਡੇ ਕੋਲ ਕੀ ਸਬੂਤ ਹੈ। ਤਾਂ ਉਹਦੇ ਆਈਵੀ ਬਾਕਸ ਜਿਹੜਾ ਉਹਦੇ ਜੇਬ ਦੇ ਵਿੱਚ ਹੁੰਦਾ, ਹੋਮਸ ਕਹਿੰਦਾ ਵੀ ਇਹਨੂੰ ਕੱਢੋ, ਇਹਦੇ ਉੱਤੇ ਇਹਦੇ ਫਿੰਗਰਪ੍ਰਿੰਟਸ ਨੇ ਜਿਹਦੇ ਕਰਕੇ ਇਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਅਤੇ ਇਹਦੇ ਵਿੱਚ ਹੀ ਇੱਕ ਸੂਈ ਹੈ ਜਿਹਦੇ ਨਾਲ ਕੈਲਵਿਨ ਜਿਹੜਾ ਵਿਕਟਰ ਸਮਿਥ ਸੀ ਉਹਨੂੰ ਮਾਰਿਆ ਗਿਆ। ਅਤੇ ਜਿਹੜਾ ਮਾਰਟਿਨ ਹੁੰਦਾ ਉਹ 2 ਕੇਸ ਚਾਰਜ ਕਰਦਾ, ਕਿਹੜਾ ਇੱਕ ਤਾਂ ਅਟੈਂਪਟ ਟੂ ਮਰਡਰ ਹੋਮਸ ਨੂੰ ਮਾਰਨ ਦਾ, ਅਤੇ ਦੂਜਾ ਵਿਕਟਰ ਸਮਿਥ ਦੀ ਡੈਥ ਦਾ, ਅਤੇ ਉਹ ਕੈਲਵਿਨ ਸਮਿਥ ਨੂੰ ਲੈ ਜਾਂਦਾ। ਲਾਸਟ ਦੇ ਵਿੱਚ ਵਾਟਸਨ ਤੋਂ ਹੋਮਸ ਸੌਰੀ ਮੰਗਦਾ ਅਤੇ ਉਹਨੂੰ ਦੱਸਦਾ ਵੀ ਮੈਂ ਬਿਮਾਰ ਨਹੀਂ ਸੀ, ਮੈਂ 3-4 ਦਿਨ ਤੋਂ ਰੋਟੀ ਨਹੀਂ ਖਾਧੀ ਸੀ, ਤਾਂ ਕਰਕੇ ਜਿਹੜਾ ਮੇਰਾ ਫੇਸ ਸੀਗਾ ਉਹਦੇ ਵਿੱਚ ਬਿਮਾਰੀ ਵਾਲੇ ਲੱਛਣ ਦਿਖਣ ਲੱਗ ਗਏ ਸੀ। ਥੋੜ੍ਹਾ ਬਹੁਤਾ ਮੈਂ ਮੇਕਅਪ ਕੀਤਾ ਤਾਂ ਕਰਕੇ ਮੈਂ ਪੂਰਾ ਰੀਅਲ ਬਿਮਾਰ ਲੱਗਾ। ਇਹਦਾ ਰੀਜ਼ਨ ਇਹ ਸੀ ਕਿ ਮੈਂ ਉਹ ਤੋਂ ਕਨਫੈਸ ਕਰਾਉਣਾ ਸੀ ਵੀ ਉਹਨੇ ਹੀ ਆਪਣੇ ਭਤੀਜੇ ਨੂੰ ਮਾਰਿਆ, ਕਿਉਂਕਿ ਉਹਦੇ ਅਗੇਂਸਟ ਮੇਰੇ ਕੋਲ ਕੋਈ ਵੀ ਪ੍ਰੂਫ ਨਹੀਂ ਸੀਗਾ। ਆਈਵੀ ਬਾਕਸ ਜਿਹੜਾ ਸੀਗਾ ਉਹਦੇ ਉੱਤੇ ਕੋਈ ਵੀ ਪ੍ਰੂਫ ਨਹੀਂ ਕਰ ਸਕਦੇ ਸੀ, ਕਿਉਂਕਿ ਉਹ ਜਿਹੜੀ ਡੈਥ ਸੀ ਉਹ ਨਾਰਮਲ ਡੈਥ ਸੀ। ਪਰ ਜੇਕਰ ਤੁਸੀਂ ਹੁਣ 2 ਵਿਟਨੈਸ ਹੋ ਗਏ ਹੋ ਤਾਂ ਇਹਨੂੰ ਈਜ਼ੀਲੀ ਹੀ ਫਾਂਸੀ ਸਜ਼ਾ ਦਿੱਤੀ ਜਾ ਸਕਦੀ ਆ। ਇਸ ਤਰੀਕੇ ਨਾਲ ਜਿਹੜਾ ਸ਼ਰਲੌਕ ਹੋਮਸ ਸੀ ਉਹਨੇ ਇੱਕ ਗੁਲਝੇਦਾਰ ਅਤੇ ਕੰਪਲੀਕੇਟਡ ਕੇਸ ਨੂੰ ਸੋਲਵ ਕੀਤਾ ਅਤੇ ਆਪਣੇ ਆਪ ਨੂੰ ਇੱਕ ਮਹਾਨ ਡਿਟੈਕਟਿਵ ਕਹਾਇਆ। ਅਤੇ ਵਾਟਸਨ ਜਿਹੜਾ ਕਿ ਪ੍ਰੋਫੈਸ਼ਨ ਤੌਰ 'ਤੇ ਡਾਕਟਰ ਸੀ, ਉਹਨੂੰ ਸ਼ੁਰੂ ਦੇ ਵਿੱਚ ਸਟੋਰੀ ਦੇ ਵਿੱਚ ਤਾਂ ਹੀ ਉਸਨੇ ਆਪਣੇ ਕੋਲ ਨਹੀਂ ਆਉਣ ਦਿੱਤਾ ਕਿਉਂਕਿ ਉਹ ਪ੍ਰੋਫੈਸ਼ਨ ਦੇ ਤੌਰ 'ਤੇ ਡਾਕਟਰ ਸੀਗਾ। ਜੇਕਰ ਉਹਨੂੰ ਇੱਕ ਵਾਰ ਚੈੱਕ ਕਰ ਲੈਂਦਾ ਤਾਂ ਉਹ ਇਸ ਤਰ੍ਹਾਂ ਦੀ ਨਾਰਮਲ ਐਕਟਿੰਗ ਨਹੀਂ ਕਰ ਸਕਦਾ ਸੀ ਅਤੇ ਮੇਰਾ ਝੂਠ ਜ਼ਰੂਰ ਫੜਿਆ ਜਾਂਦਾ। ਇਹ ਚੀਜ਼ ਹੋਮਸ ਨੂੰ ਪਤਾ ਸੀ, ਤਾਂ ਕਰਕੇ ਉਹਨੇ ਸਟਾਰਟਿੰਗ ਦੇ ਵਿੱਚ ਹੀ ਉਹਨੂੰ ਇਹ ਚੀਜ਼ ਨਹੀਂ ਦੱਸੀ। ਆਈ ਹੋਪ ਤੁਹਾਨੂੰ ਇਹ ਜਿਹੜੀ ਸਟੋਰੀ ਸੀਗੀ ਇਹ ਵਧੀਆ ਲੱਗੀ ਅਤੇ ਤੁਹਾਨੂੰ ਇਸ ਦੇ ਵਿੱਚੋਂ ਪਤਾ ਲੱਗਿਆ ਵੀ ਕਿਸ ਤਰੀਕੇ ਨਾਲ ਸ਼ੇਰਲੌਕ ਹੋਮਸ ਨੇ ਇਹ ਉਲਝੇਦਾਰ ਗੁੱਥੀ ਨੂੰ ਸੁਲਝਾਇਆ। ਹੁਣ ਅਸੀਂ ਗੱਲ ਕਰਦੇ ਹਾਂ ਇਹਦੇ ਕੁਐਸਚਨ ਆਨਸਰ ਦੀ। ਫਸਟ ਕੁਐਸਚਨ ਇਜ਼ ਹੂ ਵਾਸ ਦੀ ਮਿਸਿਸ ਹੁਡਸਨ ਵਾਈ ਡਿਡ ਸ਼ੀ ਗੋਜ਼ ਟੂ ਦੀ ਵਾਟਸਨ ਹਾਊਸ। ਕਹਿੰਦੇ ਹੁਡਸਨ ਕੌਣ ਸੀਗੀ ਅਤੇ ਉਹ ਹੋਮਸ ਦੇ ਵਾਟਸਨ ਦੇ ਘਰ ਕਿਉਂ ਗਈ। ਦੀ ਮਿਸਿਸ ਹੁਡਸਨ
ਵਾਜ਼ ਅ ਲੈਂਡਲੇਡੀ, ਉਹ ਇੱਕ ਲੈਂਡਲੇਡੀ ਸੀਗੀ, ਯਾਨੀ ਕਿ ਮਕਾਨ ਮਾਲਕਣ ਸੀ। ਸ਼ੀ ਵੈਂਟ ਟੂ ਦੀ ਵਾਟਸਨਸ ਹੋਮ to tell him that his friend Sherlock Holmes was critically ill. She wanted to the Watson to come and save his friend's life. ਕਹਿੰਦੇ ਉਹ ਵਾਟਸਨ ਦੇ ਘਰ ਤਾਂ ਗਈ, ਉਹ ਦੱਸਣਾ ਚਾਹੁੰਦੀ ਸੀ ਵੀ ਜਿਹੜਾ ਸ਼ੇਰਲੌਕ ਹੋਮ ਆ ਉਹ ਕਾਫੀ ਬਿਮਾਰ ਹੈ, ਕਿਉਂਕਿ ਜਿਹੜਾ ਵਾਟਸਨ ਜਿਹੜਾ ਸੀਗਾ ਉਹੀ ਉਹਦੀ ਲਾਈਫ ਨੂੰ ਸੇਵ ਕਰ ਸਕਦਾ ਸੀ, ਆਪਣੇ ਫਰੈਂਡ ਦੀ ਨੂੰ। Why did the Holmes get to the illness from and when did he got it? ਕਹਿੰਦੇ ਵੀ ਸ਼ੇਰਲੌਕ ਹੋਮਸ ਨੂੰ ਇਹ ਬਿਮਾਰੀ ਕਿੱਥੋਂ ਹੋਈ ਜਾਂ ਕਦੋਂ ਹੋਈ ਤੇ ਉਹਨੂੰ ਇਹ ਬਿਮਾਰੀ ਕਿੱਥੋਂ ਲੱਗੀ। ਦੀ ਹੋਮਸ ਗੈਟ ਫਰੋਮ ਟੂ ਦੀ ਇਲਨੈਸ ਫਰੋਮ ਦੀ ਸਮ ਚਾਈਨੀਜ਼ ਸੈਲਰਸ, ਉਹਨੂੰ ਇਹ ਬਿਮਾਰੀ ਜਿਹੜੀ ਸੀ ਉਹ ਚਾਈਨੀਜ਼ ਗੋਤਾਖੋਰਾਂ ਤੋਂ ਲੱਗੀ। ਹੀ ਗॉट ਇਟ ਵੈਨ ਹੀ ਵਾਜ਼ ਟੂ ਦੀ ਵਰਕਿੰਗ ਔਨ ਦੀ ਕੇਸ ਐਟ ਟੂ ਦੀ ਪਲੇਸ ਨੀਅਰ ਦੀ ਰਿਵਰ। ਕਹਿੰਦੇ ਇਹਨੂੰ ਬਿਮਾਰੀ ਇਹ ਉਦੋਂ ਲੱਗੀ ਜਦੋਂ ਉਹ ਇੱਕ ਕੇਸ ਦੇ ਉੱਤੇ ਵਰਕ ਕਰ ਰਿਹਾ ਸੀ ਤੇ ਰਿਵਰ ਦੇ ਕੋਲ ਕੰਮ ਕਰਦਾ ਸੀ। ਬਟ ਐਜ਼ ਵੀ ਨੋ ਇਟ ਇਜ਼ ਆਲ ਮੇਡ ਅਪ ਸਟੋਰੀ, ਇਹ ਤੁਹਾਨੂੰ ਪਤਾ ਹੀ ਹੈ ਕਿ ਇਹ ਕੀ ਆ, ਇੱਕ ਉਹਦੇ ਦੁਆਰਾ ਬਣਾਈ ਗਈ ਇੱਕ ਕਹਾਣੀ ਸੀ। ਬਟ ਵਾਜ਼ ਦੀ ਹੋਮਸ ਕੰਡੀਸ਼ਨ ਵੈਨ ਦੀ ਵਾਟਸਨ ਸਾ ਹਿਮ, ਜਦੋਂ ਹੋਮਸ ਦੀ ਕੰਡੀਸ਼ਨ ਕਿਹੋ ਜਿਹੀ ਸੀ ਜਦੋਂ ਵਾਟਸਨ ਨੇ ਉਹਨੂੰ ਦੇਖਿਆ। ਦੀ ਹੋਮਸ ਆਈਜ਼ ਹੈਡ ਬੀਨ ਅ ਬ੍ਰਾਈਟਨੈਸ ਆਫ ਦੀ ਫੀਵਰ, ਜਿਹੜੀਆਂ ਉਹਦੀਆਂ ਅੱਖਾਂ ਸੀਗੀਆਂ ਉਹ ਕਾਫੀ ਲਾਲ ਜਾਂ ਚਮਕੀਲੀਆਂ ਹੋ ਚੁੱਕੀਆਂ ਸੀਗੀਆਂ ਬੁਖਾਰ ਦੇ ਕਰਕੇ। ਦੇਅਰ ਵਾਜ਼ ਅ ਰੈਡ ਫਲਸ਼ ਔਨ ਹਿਜ਼ ਚਿਕਸ, ਉਹਦੇ ਜਿਹੜੀਆਂ ਗੱਲਾਂ ਸੀਗੀਆਂ ਉਹ ਲਾਲ ਹੋ ਚੁੱਕੀਆਂ ਸੀ। ਹਿਜ਼ ਥਿਨ ਹੈਂਡਸ ਵਾਜ਼ ਟਵਿਸਟਿੰਗ ਆਲ ਦਾ ਟਾਈਮ, ਉਹਦੇ ਜਿਹੜੇ ਪਤਲੇ ਜਿਹੇ ਹੱਥ ਸੀਗੇ ਉਹ ਬਾਰ-ਬਾਰ ਉਹਦੇ ਹੱਥ ਹਿੱਲੀ ਜਾ ਰਹੇ ਸੀਗੇ। ਵਾਈ ਡਿਡ ਦੀ ਹੋਮਸ ਨਾਟ ਲੈਟ ਦੀ ਵਾਟਸਨ ਐਗਜ਼ਾਮਿਨ ਹਿਮ, ਕਹਿੰਦਾ ਹੋਮਸ ਨੇ ਕਿਉਂ ਨਹੀਂ ਵਾਟਸਨ ਨੂੰ ਆਪਣੇ ਆਪ ਨੂੰ ਦੇਖਣ ਦਿੱਤਾ। ਹੋਮਸ ਇਲਨੈਸ ਵਾਜ਼ ਟੂ ਦੀ ਫੋਸਟ ਵਨ, ਦੀ ਵਾਟਸਨ ਵਾਜ਼ ਟੂ ਦੀ ਡਾਕਟਰ ਬਾਈ ਪ੍ਰੋਫੈਸ਼ਨ। ਹੀ ਵੁੱਡ ਹੈਵ ਨੋ ਦੀ ਟਰੂਥ ਇਫ ਹੀ ਹੈਡ ਐਗਜ਼ਾਮਿਨਡ ਹੋਮਸ, ਕਹਿੰਦੇ ਵੀ ਜਿਹੜਾ ਹੋਮਸ ਸੀਗਾ ਉਹਨੇ ਇਹ ਬਿਮਾਰੀ ਦਾ ਨਾਟਕ ਕੀਤਾ ਸੀ। ਵਾਟਸਨ ਜਿਹੜਾ ਸੀਗਾ ਪ੍ਰੋਫੈਸ਼ਨ ਦੇ ਤੌਰ 'ਤੇ, ਪੇਸ਼ੇ ਤੌਰ 'ਤੇ ਇੱਕ ਡਾਕਟਰ ਸੀਗਾ, ਜੇਕਰ ਉਹਨੂੰ ਦੇਖ ਲੈਂਦਾ ਤਾਂ ਉਹਨੂੰ ਸੱਚਾਈ ਦਾ ਪਤਾ ਲੱਗ ਜਾਂਦਾ। ਦੈਟ ਵਾਜ਼ ਵਾਈ ਦੀ ਹੋਮਸ ਡਿਡ ਨਾਟ ਲੈਟ ਦੀ ਵਾਟਸਨਸ ਐਗਜ਼ਾਮਿਨ ਹਿਮ, ਤਾਂ ਕਰਕੇ ਉਹਨੇ ਵਾਟਸਨ ਨੇ ਆਪਣੇ ਆਪ ਨੂੰ ਐਗਜ਼ਾਮਿਨ ਕਰਨ ਨਹੀਂ ਦਿੱਤਾ। ਟਿਲ ਵੈਨ ਦੀ ਵਾਟਸਨ ਆਸਕ ਟੂ ਦੀ ਸਟੇ ਟੂ ਦੀ ਹੋਮਸ ਹਾਊਸ, ਕਹਿੰਦੇ ਵੀ ਉਹਨੂੰ ਕਦੋਂ ਤੱਕ ਉਹਦੇ ਘਰ ਦੇ ਵਿੱਚ ਰਹਿਣ ਲਈ ਕਿਹਾ। ਵਾਟਸਨ ਵਾਜ਼ ਆਸਕ ਟੂ ਸਟੇ ਟਿਲ 6 o'clock, ਉਹਨੂੰ 6 ਵਜੇ ਤੱਕ ਉੱਥੇ ਰਹਿਣ ਲਈ ਕਿਹਾ। ਵਾਈ ਡਿਡ ਦੀ ਹੋਮਸ ਨਾਟ ਲੈਟ ਟੂ ਦੀ ਵਾਟਸਨ ਟੱਚ ਹਿਜ਼ ਥਿੰਗਸ, ਵਟ ਡਿਡ ਦੀ ਵਾਟਸਨ ਥਿੰਕ ਅਬਾਊਟ ਦੀ ਹੋਮਸ ਦੈਨ, ਦੀ ਹੋਮਸ ਨੇ ਜਿਹੜਾ ਵਾਟਸਨ ਸੀਗਾ ਉਹਨੂੰ ਕਿਉਂ ਨਹੀਂ ਸਾਰੀਆਂ ਚੀਜ਼ਾਂ ਟੱਚ ਕਰਨ ਦਿੱਤੀਆਂ ਤੇ ਵਾਟਸਨ ਦੇ ਕੀ ਸੋਚ ਰਿਹਾ ਸੀ ਜਦੋਂ ਹੋਮਸ ਨੇ ਇੱਦਾਂ ਕਿਹਾ। ਵਾਜ਼ ਟੂ ਦੀ ਪੋਇਜ਼ਨ ਸਪਰਿੰਗ ਇਨ ਦੀ ਬਾਕਸ, ਸੋ ਵਾਟਸਨ ਥਾਟ ਦੈਟ ਦੀ ਹੋਮਸ ਵਾਜ਼ ਰੀਅਲੀ ਵੈਰੀ ਸਿਕ, ਕਹਿੰਦੇ ਵੀ ਉਹਨੇ ਤਾਂ ਨਹੀਂ ਟੱਚ ਕਰਨ ਦਿੱਤਾ ਕਿਉਂਕਿ ਉਹਦੇ ਬਾਕਸ ਦੇ ਵਿੱਚ ਇੱਕ ਪੋਇਜ਼ਨ ਸਪਰਿੰਗ ਸੀਗਾ ਤੇ ਜਿਹੜਾ ਹੋਮਸ ਸੀਗਾ ਉਹਨੇ ਵਾਟਸਨ ਇਹ ਸੋਚਿਆ ਵੀ ਇਹ ਤਾਂ ਕਹਿ ਰਿਹਾ ਕਿਉਂਕਿ ਜਿਹੜਾ ਹੋਮਸ ਸੀਗਾ ਉਹ ਕਾਫੀ ਬਿਮਾਰ ਸੀ। ਵਟ ਡਿਡ ਦੀ ਹੋਮਸ ਆਸਕ ਟੂ ਦੀ ਵਾਟਸਨ ਟੂ ਡੂ ਬਿਫੋਰ ਲੀਵਿੰਗ ਹਿਜ਼ ਹੋਮ, ਕਹਿੰਦਾ ਵੀ ਜਦੋਂ ਉਹਨੇ ਕਿਹਾ ਵੀ ਭਾਈ ਜੋ ਤੂੰ ਮੇਰੇ ਰੂਮ ਦੇ ਵਿੱਚੋਂ ਬਾਹਰ ਜਾਣਾ ਵਾ ਤਾਂ ਕੀ ਕਰਕੇ ਜਾਣਾ ਵਾ। ਹੀ ਆਸਕ ਟੂ ਦੀ ਵਾਟਸਨ ਦੀ ਲਾਈਟ ਆਫ ਦੀ ਗੈਸ ਲੈਂਪ ਬਟ ਓਨਲੀ ਹਾਫ ਔਨ, ਦੈਨ ਹੀ ਆਸਕਡ him to the put onto the table some letters, papers and ivy box and the tongues, ਕਹਿੰਦੇ ਵੀ ਉਹ ਵਾਟਸਨ ਨੇ ਉਹਨੂੰ ਕਿਹਾ ਹੋਮਸ ਨੇ ਉਹਨੂੰ ਕਿਹਾ ਵਾਟਸਨ ਨੂੰ ਵੀ ਤੂੰ ਮੇਰੇ ਜਿਹੜੇ ਲੈਂਪ ਆ ਉਹਦੀ ਜਿਹੜੀ ਲਾਈਟ ਆ ਉਹ ਹਾਫ ਔਨ ਕਰ ਦੇ, ਤੇ ਉਹਨੇ ਕਿਹਾ ਵੀ ਇਹ ਟੇਬਲ ਦੇ ਉੱਤੇ ਕੁਝ ਲੈਟਰ ਤੇ ਪੇਪਰ ਰੱਖ ਦਿਓ ਤੇ ਇੱਕ ਆਈਵੀ ਬਾਕਸ ਵੀ ਟੇਬਲ ਦੇ ਉੱਤੇ ਰੱਖ ਦਿਓ। ਹੂ ਵਾਜ਼ ਦੀ ਕੈਲਵਿਨ ਸਮਿਥ, ਵਾਈ ਡਿਡ ਦੀ ਹੋਮਸ ਵਾਂਟ ਹਿਮ ਟੂ ਫॉर ਦੀ ਟ੍ਰੀਟਮੈਂਟ ਫॉर ਹਿਜ਼ ਡਿਜ਼ੀਜ਼, ਕਹਿੰਦੇ ਕੈਲਵਿਨ ਸਮਿਥ ਕੌਣ ਸੀਗਾ ਤੇ ਵਿਕਟਰ ਹੋਮਸ ਨੇ ਉਹਨੂੰ ਕਿਉਂ ਆਪਣੀ ਟ੍ਰੀਟਮੈਂਟ ਦੇ ਲਈ, ਬਿਮਾਰੀ ਦੇ ਟ੍ਰੀਟਮੈਂਟ ਦੇ ਲਈ ਉਹਨੂੰ ਬੁਲਾਇਆ ਜਾਂ ਮਿਲਣਾ ਚਾਹੁੰਦਾ ਸੀ। ਦੀ ਵਿਕਟਰ ਸਮਿਥ ਵਾਜ਼ ਅ ਰੈਜ਼ੀਡੈਂਸ ਆਫ ਟੂ ਦੀ ਸਮਿਤਰਾ ਐਂਡ ਏ ਟੀ ਪਲਾਂਟਰ, ਕਹਿੰਦੇ ਜਿਹੜਾ ਵਿਕਟਰ ਸਮਿਥ ਸੀਗਾ ਉਹ ਸਮਿਤਰਾ ਦਾ ਇੱਕ ਰੈਜ਼ੀਡੈਂਟ ਸੀਗਾ ਤੇ ਉਹ ਟੀ ਦੇ ਪਲਾਂਟ ਲਗਾਉਂਦਾ ਸੀ ਜਾਂ ਪਲਾਂਟਸ ਦਾ ਵਰਕ ਸੀਗਾ। ਦੀ ਹੋਮਸ ਵਾਂਟਡ ਹਿਮ ਫॉर ਟੂ ਦੀ ਟ੍ਰੀਟਮੈਂਟ ਆਫ ਹਿਜ਼ ਡਿਜ਼ੀਜ਼ ਓਨਲੀ ਟੂ ਹੈਵ ਹਿਮ ਇਨ ਹਿਜ਼ ਟ੍ਰੈਪ, ਕਹਿੰਦੇ ਉਹ ਇਹ ਤਾਂ ਚਾਹੁੰਦਾ ਸੀ ਕਿਉਂਕਿ ਉਹ ਉਹਨੂੰ ਬਿਮਾਰੀ ਦੇ ਝਾਂਸੇ ਦੇ ਵਿੱਚ ਉਹਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਚਾਹੁੰਦਾ ਸੀ। ਬਟ ਡਿਡ ਦੀ ਹੋਮਸ ਆਸਕ ਟੂ ਦੀ ਵਾਟਸਨ ਟੂ ਸੇ ਟੂ ਮਿਸਟਰ ਸਮਿਥ, ਵੀ ਹੋਮਸ ਨੇ ਵਾਟਸਨ ਨੂੰ ਕੀ ਕਿਹਾ ਸੀ ਸਮਿਥ ਦੇ ਕੋਲ ਜਾ ਕੇ ਕਹਿਣ ਨੂੰ। ਦੀ ਹੋਮਸ ਆਸਕ ਟੂ ਦੀ ਵਾਟਸਨ ਟੂ ਟੈਲ ਟੂ ਦੀ ਮਿਸਟਰ ਸਮਿਥ ਹਾਊ ਕ੍ਰਿਟੀਕਲੀ ਹੋਮਸ ਵਾਜ਼ ਇਲ ਐਂਡ ਵਾਜ਼ ਐਟ ਦੀ ਪੁਆਇੰਟ ਆਫ ਡੈਥ, ਉਹਨੇ ਉਹਨੂੰ ਕਿਹਾ ਵੀ ਭਾਈ ਉਹ ਇਹਨੂੰ ਜਾ ਕੇ ਦੱਸੇ ਵਿਕਟਰ ਸਮਿਥ ਨੂੰ ਕੈਲਵਿਨ ਸਮਿਥ ਨੂੰ ਕਿ ਉਹ ਹੋਮਸ ਕਾਫੀ ਬਿਮਾਰ ਹੈ ਤੇ ਉਹ ਆਪਣੇ ਮਰਨ ਕੱਢੇ ਹੈ। ਦੀ ਹੋਮਸ ਵਾਂਟਡ ਟੂ ਦੀ ਵਾਟਸਨ ਟੂ ਪ੍ਰਸਿਊਜ਼ਡ ਦੀ ਮਿਸਟਰ ਸਮਿਥ ਟੂ ਕਮ ਟੂ ਦੀ ਹੋਮਸ ਹਾਊਸ, ਉਹਨੇ ਤਾਂ ਕਿਹਾ ਤਾਂ ਜੋ ਜਿਹੜਾ ਵਾਟਸਨ ਆ ਉਹਨੂੰ ਮਨਾ ਸਕੇ ਉਹਦੇ ਘਰ ਆਉਣ ਦੇ ਲਈ। ਡਿਡ ਦੀ ਸਮਿਥ ਵੈਲਕਮ ਟੂ ਦੀ ਵਾਟਸਨਸ
calling on him, why do you know? ਕਹਿੰਦੇ ਵੀ ਜਿਹੜਾ ਸਮਿਥ ਸੀਗਾ ਕਿ ਉਹਨੇ ਵਾਟਸਨ ਨੂੰ ਜਦੋਂ ਉਹਨੇ ਕਾਲ ਕੀਤੀ ਉਹਨੇ ਵੈਲਕਮ ਕੀਤਾ ਕਿ ਤੁਸੀਂ ਇਹਦੇ ਬਾਰੇ ਕੀ ਜਾਣਦੇ ਹੋ, ਹਾਊ ਡੂ ਯੂ ਨੋ? ਹੀ ਡਿਡ ਨਾਟ ਟੂ ਦੀ ਵੈਲਕਮ ਟੂ ਦੀ ਵਾਟਸਨ ਕਾਲ ਹਿਮ, ਜਿਵੇਂ ਉਹਨੇ ਵਾਟਸਨ ਦੇ ਆਉਣ 'ਤੇ ਉਹਨੇ ਕੁਝ ਵੀ ਉਹਦਾ ਵੈਲਕਮ ਨਹੀਂ ਕੀਤਾ। ਹਿਸ ਬਟਲਰ ਸੈਡ ਟੂ ਦੀ ਸਮਿਥ ਵਾਜ਼ ਨਾਟ ਐਟ ਹੋਮ, ਉਹਨੇ ਇਹ ਗੱਲ ਕਹੀ ਕਿ ਜਿਹੜਾ ਸਮਿਥ ਆ ਉਹ ਘਰ ਦੇ ਵਿੱਚ ਨਹੀਂ, ਕਿਸੇ ਮੀਟਿੰਗ 'ਤੇ ਗਿਆ ਹੋਇਆ। ਵਾਈ ਡਿਡ ਦੀ ਵਾਟਸਨ ਨਾਟ ਟੂ ਬੀ ਕਮ ਬੈਕ ਵਿਦ ਦੀ ਸਮਿਥ, ਕਹਿੰਦੇ ਵੀ ਜਿਹੜਾ ਵਾਟਸਨ ਸੀਗਾ ਉਹ ਸਮਿਥ ਦੇ ਨਾਲ ਕਿਉਂ ਨਹੀਂ ਆਇਆ। ਦੀ ਵਾਟਸਨ ਡਿਡ ਨਾਟ ਟੂ ਬੀ ਕਮ ਵਿਦ ਸਮਿਥ ਬਿਕੋਜ਼ ਦੀ ਹੋਮਸ ਹੈਡ ਆਸਕਡ ਹਿਮ ਟੂ ਡੂ ਸੋ। ਵਾਟਸਨ ਟੂ ਦੀ ਪ੍ਰੀਟੈਂਡਡ ਐਟ ਹੀ ਹੈਡ ਸਮ ਅਦਰ ਅਪਾਇੰਟਮੈਂਟ, ਕਹਿੰਦੇ ਵੀ ਜਿਹੜਾ ਵਾਟਸਨ ਸੀਗਾ ਉਹ ਕੈਲਵਨ ਸਮਿਥ ਦੇ ਨਾਲ ਤਾਂ ਨਹੀਂ ਆਇਆ ਕਿਉਂਕਿ ਹੋਮਸ ਨੇ ਉਹਨੂੰ ਇਹ ਕਿਹਾ ਸੀ ਕਰਨ ਦੇ ਲਈ, ਅਤੇ ਵਾਟਸਨ ਨੇ ਕਿਹਾ, ਕਹਿੰਦਾ ਵੀ ਉਹਨੂੰ ਕੁਝ ਹੋਰ ਅਪਾਇੰਟਮੈਂਟਸ ਨੇ ਤਾਂ ਕਰਕੇ ਉਹ ਨਹੀਂ ਜਾ ਸਕਦਾ। ਵਾਈ ਡਿਡ ਦੀ ਸਮਿਥ ਆਸਕ ਟੂ ਦੀ ਵਾਟਸਨ ਵੈਨ ਹੀ ਫਾਈਨਲੀ ਮੈਟ ਹਿਮ, ਕਹਿੰਦੇ ਵੀ ਜਿਹੜਾ ਸਮਿਥ ਸੀਗਾ ਉਹਨੇ ਕੀ ਕਿਹਾ ਵਾਟਸਨ ਨੂੰ ਜੇਕਰ ਉਹ ਫਾਈਨਲੀ ਉਹਨੂੰ ਮਿਟ ਕਰੂਗਾ। ਸਮਿਥ ਆਸਕਡ ਹਿਮ ਅਬਾਊਟ ਦੀ ਹੈਲਥ ਆਫ ਦੀ ਹੋਮਸ, ਕਹਿੰਦੇ ਵੀ ਉਹ ਸਮਿਥ ਨੇ ਕਿਹਾ ਵੀ ਮੈਂ ਕੀ ਆ ਹੋਮਸ ਦੀ ਹੈਲਥ ਬਾਰੇ ਪੁੱਛਣਾ ਚਾਹਾਂਗਾ। ਡਿਡ ਦੀ ਸਮਿਥ ਗੋ ਨੀਅਰ ਟੂ ਦੀ ਹੋਮਸ ਟੂ ਐਗਜ਼ਾਮਿਨ ਇਨ, ਹਾਊ ਡੂ ਯੂ ਨੋ? ਕਹਿੰਦੇ ਵੀ ਕਿ ਸਮਿਥ ਜਿਹੜਾ ਸੀਗਾ ਉਹ ਹੋਮਸ ਦੇ ਕੋਲ ਗਿਆ ਉਹਨੂੰ ਦੇਖਣ ਦੇ ਲਈ, ਤੁਸੀਂ ਇਹਦੇ ਬਾਰੇ ਕੀ ਜਾਣਦੇ ਹੋ? He did not go near to the homes to examine him. He well known what had happened and only wanted to home to die, ਕਹਿੰਦੇ ਵੀ ਉਹਨੂੰ ਪਤਾ ਸੀਗਾ, ਉਹਦੇ ਕੋਲ ਨਹੀਂ ਗਿਆ ਐਗਜ਼ਾਮਿਨ ਕਰਨ ਲਈ ਕਿਉਂਕਿ ਉਹਨੂੰ ਸਭ ਕੁਝ ਪਤਾ ਸੀ ਵੀ ਉਹਦੇ ਨਾਲ ਕੀ ਹੋ ਰਿਹਾ, ਅਤੇ ਉਹ ਚਾਹੁੰਦਾ ਸੀ ਵੀ ਜਿਹੜਾ ਵਾਟਸਨ ਉਹ ਮਰ ਜਾਵੇ। Who was to the ਵਿਕਟਰ ਸਮਿਥ, what had happened to him and how, ਕਹਿੰਦੇ ਵੀ ਵਿਕਟਰ ਸਮਿਥ ਕੌਣ ਸੀਗਾ ਅਤੇ ਉਹਦੇ ਨਾਲ ਕੀ ਹੋਇਆ ਅਤੇ ਕਿਵੇਂ। He was to the nephew of Calvin Smith, the Calvin had murdered ਹਿਮ ਵਿਦ ਦੀ ਪੋਇਜ਼ਨ ਸਪਰਿੰਗ, ਵੀ ਉਹ ਕੈਲਵਨ ਸਮਿਥ ਦਾ ਭਤੀਜਾ ਸੀ ਅਤੇ ਕੈਲਵਨ ਸਮਿਥ ਨੇ ਉਹਨੂੰ ਪੋਇਜ਼ਨ ਜਿਹੜਾ ਸਪਰਿੰਗ ਸੀਗਾ ਉਹਦੇ ਨਾਲ ਮਾਰਿਆ, ਜ਼ਹਿਰੀਲੇ ਸਪਰਿੰਗ ਨਾਲ ਮਾਰਿਆ। ਯੂ ਡਿਡ ਇਟ ਆਈ ਵਿਲ ਫੋਰਗੈਟ ਐਵਰੀਥਿੰਗ, ਹੋਮ ਸੈਡ ਟੂ ਦੀ ਸਮਿਥ, ਵੀ ਉਹਨੇ ਕਿਹਾ ਵੀ ਮੈਨੂੰ ਪਤਾ ਅਤੇ ਮੈਂ ਇਹ ਸਾਰੀਆਂ ਚੀਜ਼ਾਂ ਭੁੱਲ ਚੁੱਕਿਆ। ਹੋਮ ਨੇ ਸਮਿਥ ਨੂੰ ਕਿਉਂ ਕਿਹਾ, ਅਤੇ ਵਟ ਡਿਡ ਦੀ ਸਮਿਥ ਡੂ ਐਂਡ ਹਾਊ, ਕਹਿੰਦੇ ਵੀ ਉਹਨੇ ਪੁੱਛਿਆ ਵੀ ਸਮਿਥ ਨੇ ਕਿਉਂ ਅਤੇ ਕਿਵੇਂ ਕੀਤਾ। ਡਿਡ ਦੀ ਹੋਮਸ ਰੀਅਲੀ ਮੀਨਸ ਵਟ ਹੀ ਸੈਡ, ਵੀ ਕੀ ਹੋਮ ਨੂੰ ਪਤਾ ਸੀ ਵੀ ਉਹਨੇ ਕੀ ਕਿਹਾ ਵਾ। ਵਿਦ ਦੀ ਐਗਜ਼ਾਮਪਲ ਸਪੋਰਟ ਯੂਰ ਆਨਸਰ, ਤੁਸੀਂ ਇਹਨੂੰ ਉਦਾਹਰਨ ਦੇ ਤੌਰ 'ਤੇ ਆਪਣੇ ਆਨਸਰ ਨੂੰ ਸਪੋਰਟ ਕਰਨਾ। ਦੀ ਸਮਿਥ ਹੈਡ ਟੂ ਬੀ confessed to kill Holmes by to the sending him to the poison spring by the post. Holmes did not really mean what he said. He was not evil at all. He was only laying trap for to the Smith and trying to make him to the confess his crime, ਕਹਿੰਦੇ ਵੀ ਜਿਹੜਾ ਸਮਿਥ ਸੀਗਾ ਉਹਨੇ ਉਹਨੂੰ ਕਨਫਿਸ ਕੀਤਾ, ਉਹਨੇ ਮਾਰਨ ਦੇ ਲਈ ਇੱਕ ਪੋਇਜ਼ਨ ਸਪਰਿੰਗ ਭੇਜਿਆ ਸੀ ਪੋਸਟ ਦੇ ਥਰੂ, ਅਤੇ ਹੋਮਸ ਕਹਿੰਦਾ ਵੀ ਹੋਮਸ ਡਿਡ ਨਾਟ ਰੀਅਲੀ ਮੀਨ ਵਟ ਹੀ ਸੈਡ, ਪਰ ਹੋਮਸ ਕਹਿੰਦਾ ਵੀ ਮੈਨੂੰ ਸੱਚੀ ਮੁੱਚੀ ਕੁਛ ਨਹੀਂ ਪਤਾ ਤੁਸੀਂ ਕੀ ਕਹਿ ਰਹੇ ਹੋ। ਉਹ ਕਹਿੰਦਾ ਵੀ ਹੀ ਵਾਜ਼ ਨਾਟ ਆਈ ਵਿਲ ਐਟ ਆਲ, ਕਹਿੰਦਾ ਮੈਨੂੰ ਇਹਦੇ ਬਾਰੇ ਕੁਛ ਵੀ ਨਹੀਂ ਪਤਾ ਹੈਗਾ। ਉਹ ਇਹ ਸਿਰਫ ਉਹਨੂੰ ਜਾਲ ਦੇ ਵਿੱਚ ਫਸਾਉਣਾ ਚਾਹੁੰਦਾ ਸੀ ਕਿਉਂਕਿ ਉਹ ਤੋਂ ਕਨਫੈਸ ਕਰਾਉਣਾ ਚਾਹੁੰਦਾ ਸੀ ਵੀ ਉਹਨੇ ਇੱਕ ਤਰ੍ਹਾਂ ਦਾ ਜੁਰਮ ਕੀਤਾ। ਵਾਈ ਡਿਡ ਦੀ ਸਮਿਥ ਸੈਂਡ ਟੂ ਦੀ ਇਨਫੈਕਟਡ ਸ਼ਾਰਪ ਸਪਰਿੰਗ ਇਨ ਐਨ ਆਈ ਵੀ ਬਾਕਸ, ਵੀ ਜਿਹੜਾ ਸਮਿਥ ਸੀਗਾ ਉਹਨੇ ਇਹ ਆਈ ਵੀ ਬਾਕਸ ਦੇ ਵਿੱਚ ਇਹ ਸ਼ਾਰਪ ਸਪਰਿੰਗ ਕਿਉਂ ਭੇਜਿਆ। ਦੀ ਹੋਮਸ ਨਿਊ ਦੈਟ ਦੀ ਹੋਮ ਸਮਿਥ ਹੈਡ ਕਿਲਡ ਵਿਕਟਰ ਸੋ ਹੀ ਵਾਂਟਡ ਟੂ ਕਿਲ ਹਿਮ, ਕਹਿੰਦਾ ਜਿਹੜਾ ਹੋਮ ਸੀਗਾ ਉਹ ਜਾਣਦਾ ਸੀਗਾ ਕਿ ਸਮਿਥ ਨੇ ਵਿਕਟਰ ਨੂੰ ਮਾਰਿਆ ਵਾ, ਤਾਂ ਕਰਕੇ ਉਹਨੂੰ ਮਾਰਨਾ ਚਾਹੁੰਦਾ ਸੀ। ਵਾਈ ਡਿਡ ਦੀ ਹੋਮਸ ਆਸਕ ਟੂ ਦੀ ਸਮਿਥ ਟੂ ਟਰਨ ਆਫ ਦੀ ਗੈਸ, ਕਹਿੰਦੇ ਵੀ ਉਹਨੇ ਇਹ ਗੱਲ ਕਿਉਂ ਕਹੀ ਵੀ ਜਿਹੜਾ ਉਹ ਗੈਸ ਆ ਉਹਨੂੰ ਪੂਰਾ ਖੋਲ੍ਹ ਦੇਵੇ। ਇਟ ਇਜ਼ ਅ ਸਿਗਨਲ ਫॉर ਇੰਸਪੈਕਟਰ ਮਾਰਟਿਨ ਟੂ ਕਮ ਇਨ ਐਂਡ ਐਡਰੈਸ ਟੂ ਦੀ ਸਮਿਥ, ਕਹਿੰਦੇ ਵੀ ਉਹਨੇ ਇਹ ਤਾਂ ਕਰਕੇ ਕਿਹਾ ਕਿ ਇਹ ਸਿਗਨਲ ਸੀਗਾ ਇੰਸਪੈਕਟਰ ਮਾਰਟਿਨ ਦੇ ਲਈ ਉਹ ਆਵੇ ਅਤੇ ਸਮਿਥ ਨੂੰ ਫੜ ਲਵੇ। ਹੂ ਅਰੈਸਟਡ ਟੂ ਦੀ ਸਮਿਥ ਬਟ ਵਾਜ਼ ਟੂ ਦੀ ਚਾਰਜ ਅਗੇਂਸਟ ਹਿਮ, ਕਹਿੰਦੇ ਵੀ ਸਮਿਥ ਨੂੰ ਕਿਹਨੇ ਫੜਿਆ ਅਤੇ ਉਹਦੇ ਅਗੇਂਸਟ ਕਿਹੜਾ ਚਾਰਜ ਲਗਾਇਆ ਗਿਆ। ਦੀ ਇੰਸਪੈਕਟਰ ਮਾਰਟਿਨ arrested to the Smith, he had killed to the Victor Smith and he attempt to the murder for Sherlock Holmes, ਕਹਿੰਦੇ ਵੀ ਜਿਹੜਾ ਵਿਕਟਰ ਜਿਹੜਾ ਇਹ ਇੰਸਪੈਕਟਰ ਮਾਰਟਿਨ ਸੀਗਾ ਉਹਨੇ ਸਮਿਥ ਨੂੰ ਅਰੈਸਟ ਕੀਤਾ, ਉਹਨੇ ਇਸ ਕਰਕੇ ਕੀਤਾ ਕਿਉਂਕਿ ਉਹਨੇ ਵਿਕਟਰ ਸਮਿਥ ਨੂੰ ਮਾਰਿਆ ਸੀ ਇੱਕ, ਅਤੇ ਅਟੈਂਪਟ ਟੂ ਮਰਡਰ ਜਾਣੀ ਕਿ ਉਹਨੇ ਹੋਮਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਵਾਈ ਡਿਡ ਦੀ ਹੋਮਸ ਵਾਜ਼ ਪ੍ਰੀਟੈਂਡਡ ਟੂ ਬੀ ਇਲ, ਵਟ ਡਿਡ ਹੀ ਡੂ ਐਂਡ ਸੇ ਟੂ ਅਪੀਅਰ ਇਲ, ਕਹਿੰਦੇ ਵੀ ਜਿਹੜਾ ਹੋਮਸ ਸੀਗਾ ਉਹਨੇ ਆਪਣੇ ਆਪ ਨੂੰ ਮਾਰ ਕਿਉਂ ਕੀਤਾ ਅਤੇ ਉਹਨੇ ਇਹ ਕਿਉਂ ਕੀਤਾ ਅਤੇ ਉਹ ਕਿਸ ਤਰੀਕੇ ਨਾਲ ਉਹਨੇ ਸੇ ਟੂ ਅਪੀਅਰ ਇਲ, ਕਹਿੰਦੇ ਵੀ ਉਹਨੇ ਕਿਵੇਂ ਕਿਹਾ ਵੀ ਮੈਂ ਬਿਮਾਰ ਹਾਂ। ਹੀ ਵਾਂਟਡ ਟੂ ਦੀ ਅਰੈਸਟ ਟੂ ਦੀ ਸਮਿਥ, ਉਹ ਚਾਹੁੰਦਾ ਸੀ ਵੀ ਉਹ ਸਮਿਥ ਨੂੰ ਅਰੈਸਟ ਕਰਵਾ ਸਕੇ। ਹੀ ਡਿਡ ਨਾਟ ਟੂ ਬੀ ਈਟ ਐਨੀਥਿੰਗ ਫॉर ਟੂ ਦੀ 3 days and applied makeup on his to his face. He also talked deliriously,
ਕਹਿੰਦੇ ਵੀ ਉਹਨੇ ਕੀ ਆ, ਉਹਨੇ 3 ਦਿਨ ਤੋਂ ਕੁਝ ਵੀ ਨਹੀਂ ਖਾਧਾ ਸੀ ਅਤੇ ਉਹਨੇ ਆਪਣੇ ਫੇਸ ਦੇ ਉੱਤੇ ਥੋੜ੍ਹਾ ਜਿਹਾ ਮੇਕਅਪ ਵੀ ਕੀਤਾ ਸੀ ਅਤੇ ਉਹ ਬੜੇ ਹੌਲੀ ਹੌਲੀ ਆਵਾਜ਼ ਦੇ ਵਿੱਚ ਤੇ ਦਰਦ ਭਰੀ ਆਵਾਜ਼ ਦੇ ਵਿੱਚ ਬੋਲ ਰਿਹਾ ਸੀ। ਸ਼ੁੱਡ ਦੀਆ ਹੋਮਸ ਵਾਸ ਸਪੋਕਨ ਸੋ ਰੂਡਲੀ ਟੂ ਦੀਆ ਵਾਟਸਨ ਬਾਏ, ਕਹਿੰਦੇ ਵੀ ਕੀ ਹੋਮਸ ਨੇ ਬੜੇ ਰੂਡਲੀ ਜਾਂ ਬੜੇ ਰੁੱਖੇਪਣ ਦੇ ਨਾਲ ਵਾਟਸਨ ਨਾਲ ਗੱਲ ਕੀਤੀ ਕਿਉਂ। ਦੀ ਹੋਮ ਸ਼ੋ ਟੂ ਦੀਆ ਰੂਟਨੈਸ ਬਾਏ ਟੂ ਦੀਆ ਡਰਾਮੈਟੀਕਲ ਨੈਸੈਸਿਟੀ, ਕਹਿੰਦੇ ਉਹਨੇ ਇਹ ਰੂਟਨੈਸ ਤਾਂ ਸ਼ੋ ਕੀਤੀ ਸੀ ਤਾਂ ਇਹਨੇ ਸਿਰਫ ਇੱਕ ਡਰਾਮਾ ਨੱਚਣਾ ਚਾਹੁੰਦਾ ਸੀ ਅਤੇ ਡਰਾਮੇ ਦੇ ਲਈ ਇਹ ਜ਼ਰੂਰੀ ਸੀ। ਇਟ ਵਾਸ ਟੂ ਦੀਆ ਨੈਸੈਸਿਟੀ ਟੂ ਮੇਕ ਦੀਆ ਵਾਟਸਨ ਬਿਲੀਵ ਦੈਟ ਦੀਆ ਹੋਮਸ ਵਾਜ਼ ਰੀਅਲੀ ਕ੍ਰਿਟੀਕਲ ਇਲ ਐਂਡ ਐਟ ਦੀ ਪੁਆਇੰਟ ਆਫ ਡੈਥ, ਤਾਂ ਕਰਕੇ ਬਣਾਇਆ ਗਿਆ ਤਾਂ ਜੋ ਵਾਟਸਨ ਨੂੰ ਇਹ ਬਿਲੀਵ ਹੋ ਸਕੇ ਵੀ ਜਿਹੜਾ ਹੋਮਸ ਆ ਉਹ ਕਾਫੀ ਬਿਮਾਰ ਆ ਅਤੇ ਮਰਨ ਦੇ ਕੰਢੇ ਆ। ਇਹ ਚੈਪਟਰ ਸੀਗਾ ਡੇਰਿੰਗ ਡਿਟੈਕਟਿਵ। ਆਈ ਹੋਪ ਤੁਹਾਨੂੰ ਇਹ ਚੈਪਟਰ ਦੇ ਕੁਐਸਚਨ ਆਨਸਰਾਂ ਦੀ ਟਰਾਂਸਲੇਸ਼ਨ ਤੁਹਾਨੂੰ ਜ਼ਰੂਰ ਸਮਝ ਆਈ ਹੋਵੇਗੀ। ਜੇਕਰ ਤੁਹਾਨੂੰ ਮੇਰੀ ਵੀਡੀਓ ਬਹੁਤ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ। ਥੈਂਕਸ ਅ ਲੋਟ।